ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨః ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰః ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨః ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰః ਚੰਦਨ ਚਾਂਦਨ ਸਰਦ ਰੁੱਤ ਮੂਲ ਨ ਮਿਟਾਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਨ ਪਰਤਾਪ ਗੋਵਿੰਦ ਨਿਰਭਉ ਭਏ ਮਨ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਗਰੀਬ ਨਵਾਜ ਮਹਾਰਾਜ ਜੀ ਨੇ ਅੱਜ ਦਾ ਜੋ ਪਾਵਨ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਨੂੰ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਮਹਾਰਾਜ ਜੀ ਦੀ ਕਿਰਪਾ ਨਾਲ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਸਰਵਣ ਕੀਤਾ ਹੈ। ਅੱਜ ਵਾਲਾ ਪਾਵਨ ਸ਼ਬਦ ਜੈਤ ਸੈਰੀ ਰਾਗ ਵਿੱਚੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਮੁੱਖ ਵਾਕ ਹੈ। ਗੁਰੂ ਜੀ ਸਾਨੂੰ ਅੱਜ ਦੇ ਪਾਵਨ ਮੁੱਖ ਵਾਕ ਵਿੱਚ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸਭ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਆਪਣਾ ਓਟ ਆਸਰਾ ਬਖਸ਼ਣ, ਗੁਰੂ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ। ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਖੇਚਲ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ
ਸੰਤ ਉਦਰਣ ਦਇਆਲੰ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਲੋਕ ਉਚਾਰਨ ਕਰਦੇ ਹੋਏ ਪਹਿਲੀ ਪੰਕਤੀ ਵਿੱਚ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ, ਉਹ ਪਰਮੇਸ਼ਰ ਦਿਆਲੂ ਹੈ, ਉਹ ਦਇਆ ਕਰਨ ਵਾਲਾ ਹੈ, ਉਹ ਆਪਣੇ ਸੰਤਾਂ ਨੂੰ ਭਾਵ ਕਿ ਆਪਣੇ ਪਿਆਰਿਆਂ ਨੂੰ ਬਚਾ ਲੈਂਦਾ ਹੈ, ਉਹਨਾਂ ਦਾ ਉਧਾਰ ਕਰ ਦਿੰਦਾ ਹੈ। ਸਵਾਲ ਪੈਦਾ ਹੁੰਦਾ ਹੈ, ਉਹ ਜਿਹੜਾ ਪਰਮੇਸ਼ਰ ਦਿਆਲੂ ਹੈ, ਦਇਆ ਕਰਨ ਵਾਲਾ ਹੈ, ਆਪਣੇ ਪਿਆਰਿਆਂ ਨੂੰ ਬਚਾਉਂਦਾ ਹੈ, ਆਪਣੇ ਪਿਆਰਿਆਂ ਨੂੰ ਤਾਰ ਦਿੰਦਾ ਹੈ, ਕਿਹਦੇ ਤੋਂ ਬਚਾਉਂਦਾ ਹੈ? ਕਿਹੜੀ ਹੈ ਚੀਜ਼ ਜਿਹੜੀ ਇੰਨੀ ਖਤਰਨਾਕ ਹੈ, ਜਿਸ ਤੋਂ ਉਹ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਹੱਥ ਦੇ ਕੇ ਬਚਾ ਲੈਂਦਾ ਹੈ? ਸਾਧ ਸੰਗਤ, ਇਸ ਸੰਸਾਰ ਨੂੰ ਸਾਗਰ ਵੀ ਆਖਿਆ ਹੈ, ਭਵ ਸਾਗਰ ਵੀ ਆਖਿਆ ਹੈ। ਇਹੀ ਸਵਾਲ ਸਿੱਧਾ ਨੇ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ। ਚਰਪਟ ਬੋਲੇ ਅਵਧੂ ਨਾਨਕ, ਦੇਹੋ ਸੱਚਾ ਵਿਚਾਰੋ। ਉਹ ਜਿਹੜੇ 84 ਸਿੱਧ ਸਨ, ਉਹਨਾਂ ਦਾ ਜਿਹੜਾ ਆਗੂ ਸੀ, ਪ੍ਰਮੁੱਖ ਸਿੱਧਾਂ ਵਿੱਚੋਂ ਉਹਦਾ ਨਾਮ ਚਰਪਟ ਸੀ। ਸਿੱਧ ਗੋਸ਼ਟ ਦੀ ਬਾਣੀ ਪੜ੍ਹ ਕੇ ਵੇਖੀਏ, ਚਰਪਟ ਜੋਗੀ ਹੀ ਜ਼ਿਆਦਾ ਸਵਾਲ ਕਰਦਾ ਹੈ। ਹੋਰ ਵੀ ਸਿੱਧਾਂ ਨੇ ਸਵਾਲ ਕੀਤੇ ਨੇ, ਪਰ ਚਰਪਟ ਜੋਗੀ ਬੜੇ ਔਖੇ ਔਖੇ ਸਵਾਲ ਕਰਦਾ ਹੈ। ਗੁਰੂ ਸਾਹਿਬ ਜੀ ਉਹਨੂੰ ਬੜਾ ਸਪਸ਼ਟ ਤੇ ਛੋਟੇ ਜਿਹੇ ਸ਼ਬਦਾਂ ਵਿੱਚ ਜਵਾਬ ਦਿੰਦੇ ਨੇ। ਉਹਨੇ ਸਵਾਲ ਕੀਤਾ, ਹੇ ਨਾਨਕ, ਦੁਨੀਆ ਇੱਕ ਸਾਗਰ ਹੈ, ਇਹਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ? ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ। ਇਹਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ? ਚਰਪਟ ਬੋਲੇ ਅਵਧੂ ਨਾਨਕ, ਦੇਹੋ ਸੱਚਾ ਵਿਚਾਰੋ। ਕੋਈ ਇਹੋ ਜਿਹੀ ਵਿਚਾਰ ਦੱਸੋ ਜਿਹਦੇ ਨਾਲ ਸਾਡਾ ਮਨ ਮੰਨ ਜਾਏ ਵੀ ਕਿਵੇਂ ਦੁਨੀਆ ਦਾ ਸਾਗਰ ਪਾਰ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰਜਾਮੀ ਗੁਰੂ ਜੀ, ਦਿਲਾਂ ਦੀਆਂ ਜਾਣਨਹਾਰ, ਕਹਿਣ ਲੱਗੇ, ਚਰਪਟ ਜੋਗੀ, ਮੈਂ ਹੈਰਾਨ ਹਾਂ ਵੀ ਕੋਈ ਬੰਦਾ ਆਪ ਹੀ ਸਵਾਲ ਕਰਦਾ ਹੋਏ ਤੇ ਜਿਹੜਾ ਸਵਾਲ ਕਰੇ ਉਸ ਸਵਾਲ ਦਾ ਜਵਾਬ ਵੀ ਉਹਨੂੰ ਆਉਂਦਾ ਹੋਏ। ਮੈਂ ਸਮਝਣਾ ਵੀ ਉਹਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਸਾਨੂੰ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ, ਰਹਿਮਤ ਨਾਲ, ਹਜ਼ੂਰ ਦੀ ਤਰਸਬਾਨੀ ਨਾਲ ਇੱਧਰ ਉੱਧਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਾਣ ਦਾ ਮੌਕਾ ਦਿੰਦੇ ਨੇ ਗੁਰੂ ਰਾਮਦਾਸ ਜੀ। ਕਈ ਬੰਦੇ ਉਹ ਹੁੰਦੇ ਨੇ, ਉਹਨਾਂ ਨੂੰ ਸਵਾਲ ਤੇ ਜਵਾਬ ਵੀ ਆਉਂਦਾ ਹੁੰਦਾ ਹੈ, ਉਹ ਜਾਣ ਬੁੱਝ ਕੇ ਸਵਾਲ ਕਰਨਗੇ, ਜਾਣ ਬੁੱਝ ਕੇ ਸਵਾਲ ਕਰਨਗੇ, ਆਪਣੀ ਵਿਦਵਤਾ ਦੱਸਣ ਲਈ ਵੀ ਮੈਨੂੰ ਵੀ ਇਹਦਾ ਜਵਾਬ ਆਉਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਗੱਲ ਦੀ ਮਨਾਹੀ ਕੀਤੀ ਹੈ। ਜਦੋਂ ਤੁਸੀਂ ਕੁਝ ਜਾਣਦੇ ਹੋ, ਤੁਹਾਨੂੰ ਪਤਾ ਵੀ ਇਹ ਸਵਾਲ ਦਾ ਜਵਾਬ ਕੀ ਹੈ, ਬਾਬਾ ਨਾਨਕ ਜੀ ਨੇ ਇਹੀ ਗੱਲ ਸਿੱਧਾਂ ਨੂੰ ਆਖੀ, ਸਿੱਧੋ, ਮੈਂ ਹੈਰਾਨ ਹਾਂ ਵੀ ਤੁਸੀਂ ਕਹਿੰਦੇ ਹੋ ਵੀ ਇਹ ਸਾਗਰ ਕਿਵੇਂ ਤਰਿਆ ਜਾਂਦਾ ਹੈ। ਹਜ਼ੂਰ ਕਹਿੰਦੇ, ਆਪੇ ਆਖੈ ਆਪੇ ਸਮਝੈ, ਤਿਸ ਕੈ ਉੱਤਰ ਦੀਜੈ। ਉਹਨੂੰ ਕਿਉਂ ਉੱਤਰ ਦਿੱਤਾ ਜਾਏ? ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਫੇਰ ਵੀ ਇਹਦਾ ਜਵਾਬ ਇਹ ਹੈ। ਮਹਾਰਾਜ ਕਹਿੰਦੇ ਨੇ, ਸਾਚ ਕਹੋ ਤੁਮ ਪਾਰ ਗਰਾਮੀ, ਤੁਝ ਕਿਆ ਬੈਸਣ ਦੀਜੈ। ਬਾਬਾ ਨਾਨਕ ਜੀ ਗਰੀਬ ਨਵਾਜ ਕਹਿੰਦੇ ਨੇ, ਇਹਦਾ ਜਵਾਬ ਫੇਰ ਵੀ ਬੜਾ ਸੌਖਾ ਜਿਹਾ,
ਜਦੋਂ ਉਹਨੂੰ ਸਦਾ ਰਹਿਣ ਵਾਲੇ ਰੱਬ ਨੂੰ ਜਪੋਗੇ, ਭਵ ਸਾਗਰ ਤੋਂ ਪਾਰ ਹੋ ਜਾਓਗੇ। ਗਰੀਬ ਨਵਾਜ ਮਹਾਰਾਜ ਨੇ ਇਸ ਸੰਸਾਰ ਨੂੰ ਭਵ ਸਾਗਰ ਵੀ ਆਖਿਆ ਹੈ, ਇਸ ਸੰਸਾਰ ਨੂੰ ਅੱਗ ਦਾ ਸਾਗਰ ਵੀ ਆਖਿਆ ਹੈ। ਅਗਨ ਸਾਗਰ ਬੂਢਤ ਸੰਸਾਰਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਸੰਸਾਰ ਅੱਗ ਦਾ ਸਾਗਰ ਹੈ, ਸਾਰਾ ਸੰਸਾਰ ਇਹਦੇ ਵਿੱਚ ਸੜ ਰਿਹਾ ਹੈ। ਸਾਧ ਸੰਗਤ, ਉਹ ਅੱਗ ਕਾਹਦੀ ਹੈ? ਉਹ ਅੱਗ ਹੈ ਈਰਖਾ ਦੀ, ਉਹ ਅੱਗ ਹੈ ਵਿਕਾਰਾਂ ਦੀ। ਮਹਾਰਾਜ ਕਹਿੰਦੇ ਨੇ ਅਗਨ ਸਾਗਰ ਬੂਢਤ ਸੰਸਾਰਾ, ਸਾਰਾ ਸੰਸਾਰ ਇਸ ਅੱਗ ਵਿੱਚ ਸੜ ਰਿਹਾ ਹੈ। ਬਾਹਾਂ ਪਕੜ ਸਤਿਗੁਰ ਨਿਸਤਾਰਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਨੂੰ ਤੇ ਸਾਡੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਹਾਂ ਪਕੜ ਕੇ ਇਸ ਅੱਗ ਦੇ ਸਾਗਰ ਵਿੱਚੋਂ ਸੜਨ ਨੂੰ ਬਚਾ ਲਿਆ। ਇੱਥੇ ਅੱਗ ਕਾਹਦੀ ਹੈ? ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਕਾਮ, ਕ੍ਰੋਧ, ਲੋਭ, ਮੋਹ ਮੜ ਲੀਨਾ। ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ ਸਾਡੇ ਮਨ ਨੂੰ ਆਪਣੀ ਫਾਹੀ ਵਿੱਚ ਫਸਾਇਆ ਹੋਇਆ ਹੈ। ਬੰਧਨ ਕਾਟ ਮੁਕਤ ਗੁਰ ਕੀਨਾ। ਸਾਡੇ ਗੁਰੂ ਸਾਹਿਬ ਜੀ ਨੇ ਬੰਧਨ ਕੱਟ ਕੇ ਇਹਨਾਂ ਪੰਜਾਂ ਵਿਕਾਰਾਂ ਤੋਂ ਸਾਨੂੰ ਮੁਕਤ ਕਰ ਲਿਆ। ਗਰੀਬ ਨਵਾਜ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੈਂ ਵੇਖ ਰਿਹਾ ਹਾਂ ਵੀ ਜਿੰਨਾ ਵੀ ਸੰਸਾਰ ਹੈ ਸਾਰਾ ਸੜ ਰਿਹਾ ਹੈ। ਮੈਨੂੰ ਮੁਆਫ ਕਰਨਾ, ਸਾਡੇ ਤੇ ਗਵਾਂਢੀਆਂ ਦਾ ਮੁੰਡਾ ਨਸ਼ੇ ਦੀ ਅੱਗ ਵਿੱਚ ਸੜਦਾ ਹੋਏ, ਅਸੀਂ ਕਹਿੰਦੇ ਸਾਨੂੰ ਕੀ ਲੱਗੇ। ਪਿੰਡ ਦੇ ਮੁੰਡੇ ਨਸ਼ੇ ਕਰ ਲੱਗ ਪਏ, ਸਗੋਂ ਕਈ ਵਾਰੀ ਤਮਾਸ਼ਾ ਬਣਾਇਆ ਜਾਂਦਾ, ਫਲਾਣੇ ਦਾ ਮੁੰਡਾ ਸਮੈਕ ਪੀਣ ਲੱਗ ਪਿਆ, ਫਲਾਣੇ ਦਾ ਮੁੰਡਾ ਹੋਏ ਨਸ਼ਾ ਕਰ ਲੱਗ ਪਿਆ। ਸਾਧ ਸੰਗਤ, ਗੁਰਮਤਿ ਇਸ ਗੱਲ ਦੀ ਆਗਿਆ ਨਹੀਂ ਦਿੰਦੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਈ ਇਹ ਸੰਸਾਰ ਸਾਰਾ ਸੜ ਰਿਹਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਵੇਖਿਆ ਵੀ ਸੰਸਾਰ ਵਿਕਾਰਾਂ ਦੀ ਅੱਗ 'ਚ ਸੜ ਰਿਹਾ ਹੈ, ਈਰਖਾ ਦੀ ਅੱਗ ਵਿੱਚ ਸੜਿਆ, ਕਬੀਰ ਸਾਹਿਬ ਕਹਿੰਦੇ ਮੈਂ ਤੇ ਬੜਾ ਉਦਾਸ ਹੋ ਗਿਆ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਕਬੀਰ ਸਾਹਿਬ ਕਹਿੰਦੇ ਮੈਂ ਤੇ ਭਈ ਉਦਾਸ ਹੋ ਗਿਆ ਹਾਂ, ਮੈਂ ਤੇ ਸੋਚਦਾ ਹਾਂ ਵੀ ਸਾਰਾ ਜਗਤ ਹੀ ਸੜ ਰਿਹਾ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਇਹ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਨ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਸੜਦਾ ਹੋਇਆ ਜਗਤ ਦੇਖ ਕੇ ਸਾਨੂੰ ਦੌੜ ਕੇ ਗੁਰੂ ਦੀ ਸ਼ਰਨ ਵਿੱਚ ਤੁਰ ਜਾਣਾ ਚਾਹੀਦਾ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਨਾਈ ਰਾਮ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੰਸਾਰ ਨੂੰ ਸੜਦਾ ਵੇਖ ਕੇ ਅਸੀਂ ਤਾਂ ਦੌੜ ਕੇ ਆਪਣੇ ਰੱਬ ਦੀ ਸ਼ਰਨ ਵਿੱਚ ਚਲੇ ਗਏ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਬੰਦੇ ਦੇ ਅੰਦਰ ਅੱਗ ਬਲ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਵੀ ਜਿਹਦੇ ਅੰਦਰ ਅੱਗ ਬਲਦੀ ਹੈ, ਜਿਹਦਾ ਅੰਦਰ ਸੜ ਰਿਹਾ, ਉਹਨੂੰ ਪਤਾ ਨਹੀਂ ਮੇਰੇ ਅੰਦਰ ਅੱਗ ਲੱਗੀ ਹੈ, ਮੇਰੇ ਅੰਦਰ ਨੂੰ ਕੋਈ ਸਾੜ ਰਿਹਾ ਹੈ। ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਝੀ ਪਾਹੇ। ਬਾਬਾ ਫਰੀਦ ਸਾਹਿਬ ਕਹਿੰਦੇ ਉਹ ਅੱਗ ਬਲਦੀ ਨਹੀਂ ਲੱਭਦੀ। ਆ ਵੇਖਿਆ ਨਾ, ਆ ਹੁਣ ਕਿਸੇ ਤਰ੍ਹਾਂ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਹੋ ਜਾਣ, ਅੱਗ ਲੱਗ ਜਾਂਦੀ ਹੈ। ਸਾਰਾ ਪਿੰਡ ਟਰੈਕਟਰ ਲੈ ਕੇ ਆਪਣੇ ਸਾਧਨ ਲੈ ਕੇ ਦੌੜ ਉੱਠਦਾ, ਬਜਾਓ ਵੀ ਬਜਾਓ। ਬਾਬਾ ਫਰੀਦ ਸਾਹਿਬ ਕਹਿੰਦੇ ਜਿਹੜੀ ਅੱਗ ਬਲਦੀ ਹੈ ਮਨੁੱਖਾਂ ਦੇ ਅੰਦਰ, ਉਹ ਅੱਗ ਵਿਖਾਈ ਵੀ ਨਹੀਂ ਦਿੰਦੇ ਪਰ ਸਾੜਦੀ ਬਹੁਤ ਹੈ, ਦਿਨ ਰਾਤ ਸਾੜੀ ਜਾਂਦੀ ਹੈ। ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਝੀ ਪਾਹੇ। ਉਹਨੇ ਮੈਨੂੰ ਇਸ ਅੱਗ ਤੋਂ ਬਚਾ ਲਿਆ, ਨਹੀਂ ਤੇ ਸੜ ਮੈਂ ਵੀ ਜਾਣਾ ਸੀ। ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਝੀ ਪਾਏ। ਸਾਈਂ ਮੇਰੇ ਚੰਗਾ ਕੀਤਾ। ਕਹਿੰਦੇ ਮੇਰੇ ਅੱਲਾ ਨੇ ਬਹੁਤ ਚੰਗਾ ਕੀਤਾ। ਸਾਈਂ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮੇ ਦੱਜਾਇਆ, ਮੈਂ ਵੀ ਇਸੇ ਅੱਗ ਵਿੱਚ ਸੜ ਜਾਣਾ ਸੀ।
ਭਗਤ ਰਵਿਦਾਸ ਕਹਿੰਦੇ ਨੇ ਸਾਰਾ ਜਗਤ ਲੁੱਟਿਆ ਜਾ ਰਿਹਾ, ਮੈਂ ਬਚ ਗਿਆ। ਮੈਂ ਕਿਵੇਂ ਬਚ ਗਿਆ? ਕਹਿੰਦੇ ਮੈਨੂੰ ਉਸ ਰੱਬ ਜੀ ਨੇ ਬਚਾ ਲਿਆ। ਕਹਿ ਰਵਿਦਾਸ ਸਭੈ ਜਗ ਲੂਟਿਆ, ਹਮ ਤੋਂ ਏਕ ਰਾਮ ਕਹਿ ਛੂਟਿਆ। ਭਾਈ ਮੈਂ ਤੇ ਰੱਬ ਰੱਬ ਕਹਿ ਕੇ ਬਚ ਗਿਆ ਇਹਨਾਂ ਚੋਰਾਂ ਕੋਲੋਂ। ਇਹਨਾਂ ਹੀ ਸਾਰੀ ਅੱਗ ਲਾਈ ਆ ਪੰਜਾਂ ਚੋਰਾਂ ਨੇ ਸਾਡੇ ਅੰਦਰ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜੀ ਭਾਈ ਸਾਹਿਬ ਜੀ ਨੇ ਪੰਕਤੀ ਪੜ੍ਹੀ ਹੈ ਉਹਦਾ ਪਾਠ ਫਿਰ ਸਰਵਣ ਕਰੀਏ। ਸੰਤ ਉਦਰਨ ਦਇਆਲੰ। ਮਹਾਰਾਜ ਕਹਿੰਦੇ ਨੇ ਉਹ ਆਪਣੇ ਪਿਆਰਿਆਂ ਨੂੰ ਕਿਰਪਾ ਕਰਕੇ ਇਸ ਅੱਗ ਤੋਂ ਬਚਾ ਲੈਂਦਾ ਹੈ, ਉਹ ਵਿਕਾਰਾਂ ਦੀ ਅੱਗ ਤੋਂ ਬਚਾ ਲੈਂਦਾ ਹੈ। ਸਾਧ ਸੰਗਤ ਇੱਕ ਸਿੱਖ ਹੋਇਆ ਭਾਈ ਕਦਾਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ। ਭਾਈ ਕਦਾਰੀ ਕਹਿਣ ਲੱਗਾ ਮਹਾਰਾਜ ਕਈ ਵਾਰੀ ਵਿਕਾਰ ਬੜੇ ਸਤਾਉਂਦੇ ਨੇ। ਇੱਕ ਤੇ ਮੈਨੂੰ ਖਿਮਾ ਕਰਨੀ, ਜਿਹੜਾ ਬੰਦਾ ਡਾਕਟਰ ਦੇ ਕੋਲ ਜਾ ਕੇ ਆਪਣੀ ਅਸਲ ਬਿਮਾਰੀ ਨਾ ਦੱਸੇ ਉਹ ਠੀਕ ਹੋ ਸਕਦਾ ਹੈ, ਉਹ ਤੰਦਰੁਸਤ ਹੋ ਸਕਦਾ। ਜਿਹੜਾ ਬੰਦਾ ਮਰੀਜ਼ ਉਧਰੋਂ ਮਰਦਾ ਹੋਏ ਉਧਰੋਂ ਸਹੀ ਗੱਲ ਨਾ ਦੱਸੇ ਉਹ ਠੀਕ ਹੋ ਸਕਦਾ ਹੈ? ਨਹੀਂ ਹੋ ਸਕਦਾ। ਭਾਈ ਕਦਾਰੀ ਅਸਲ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਸਤਿਗੁਰ ਪੂਰਾ ਵੈਦ ਆ। ਭਾਈ ਉਹ ਤੇ ਵੈਦ ਆ, ਤੁਸੀਂ ਆਪਣੀ ਬਿਮਾਰੀ ਤੇ ਦੱਸੋ ਇਮਾਨਦਾਰੀ ਦੇ ਨਾਲ, ਤੁਹਾਨੂੰ ਬਿਮਾਰੀ ਕੀ ਹੈ? ਸੱਜਣ ਨੇ ਆਪਣੀ ਬਿਮਾਰੀ ਦੱਸ ਦਿੱਤੀ, ਕੌਡੇ ਨੇ ਆਪਣੀ ਬਿਮਾਰੀ ਦੱਸ ਦਿੱਤੀ, ਭੂਮੀਏ ਨੇ ਆਪਣੀ ਬਿਮਾਰੀ ਦੱਸ ਦਿੱਤੀ। ਜਿੰਨੇ ਜਿੰਨੇ ਬਿਮਾਰੀ ਦੱਸੀ ਪੂਰੇ ਗੁਰੂ ਨੇ ਉਹਦਾ ਇਲਾਜ ਕਰ ਦਿੱਤਾ। ਭਾਈ ਕਦਾਰੀ ਕਹਿੰਦਾ ਮਹਾਰਾਜ ਕਈ ਵਾਰੀ ਵਿਕਾਰ ਬੜਾ ਸਤਾਉਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਭਾਈ ਕਦਾਰੀ ਜੀ ਜੰਗਲ ਨੂੰ ਅੱਗ ਲੱਗ ਜਾਏ, ਜਿਹੜੇ ਜਾਨਵਰ ਹੁੰਦੇ ਨੇ ਇਹ ਦੌੜ ਕੇ ਕਿੱਥੇ ਜਾਂਦੇ ਨੇ? ਭਾਈ ਕਦਾਰੀ ਕਹਿਣ ਲੱਗਾ ਮਹਾਰਾਜ ਜਦੋਂ ਜੰਗਲ ਨੂੰ ਅੱਗ ਲੱਗ ਜਾਏ ਜਾਨਵਰ ਉਸ ਅੱਗ ਤੋਂ ਬਚਣ ਲਈ ਦੌੜ ਕੇ ਨਦੀ ਦੇ ਕੰਢੇ ਜਾ ਵੜਨ, ਨਦੀ ਵਿੱਚ ਜਾ ਵੜਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਫਿਰ ਉਹ ਬਚ ਜਾਂਦੇ ਨੇ? ਕਹਿੰਦੇ ਜੀ ਬਚ ਜਾਂਦੇ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਵਿਕਾਰਾਂ ਦੀ ਅੱਗ ਹੈ ਜਦੋਂ ਸਾੜਨ ਲੱਗਦੀ ਹੈ ਮਨੁੱਖ ਨੂੰ ਦੌੜ ਕੇ ਗੁਰੂ ਕੋਲ ਤੁਰ ਜਾਣਾ ਚਾਹੀਦਾ, ਦੌੜ ਕੇ ਸਤ ਸੰਗਤ ਵਿੱਚ ਤੁਰ ਜਾਣਾ ਚਾਹੀਦਾ। ਬਸ ਸਤ ਸੰਗਤ ਇੱਕ ਇਹੋ ਜਿਹੀ ਨਦੀ ਹੈ, ਇਹੋ ਜਿਹਾ ਪਾਣੀ ਹੈ ਜਿਹਦੇ ਵਿੱਚ ਮਨੁੱਖ ਜਿਹੜਾ ਹੈ ਇਹ ਸੜਨ ਨੂੰ ਬਚ ਸਕਦਾ ਹੈ। ਗਰੀਬ ਨਵਾਜ ਮਹਾਰਾਜ ਭਗਤ ਕਬੀਰ ਸਾਹਿਬ ਤੇ ਕਹਿੰਦੇ ਨੇ ਅਬ ਮੋਹਿ ਜਲਤ ਰਾਮ ਜਲ ਪਾਇਆ। ਮੈਂ ਸੜਦੇ ਹੋਏ ਨੇ ਅੰਮ੍ਰਿਤ ਜਲ ਪ੍ਰਾਪਤ ਕਰ ਲਿਆ। ਰਾਮ ਉਦਕ ਤਨ ਜਲਤ ਬੁਝਾਇਆ, ਸੜ ਮੈਂ ਵੀ ਜਾਣਾ ਸੀ, ਪਰਮੇਸ਼ਰ ਦੇ ਨਾਮ ਅੰਮ੍ਰਿਤ ਨੇ ਮੈਨੂੰ ਇਸ ਤ੍ਰਿਸ਼ਨਾ ਦੀ ਅੱਗ ਤੋਂ ਵਿਕਾਰਾਂ ਦੀ ਅੱਗ ਤੋਂ ਬਚਾ ਲਿਆ। ਗੁਰਦੇਵ ਕਹਿੰਦੇ ਨੇ ਉਹ ਮੇਰਾ ਦਿਆਲੂ ਪ੍ਰਭੂ ਆਪਣੇ ਸੰਤਾਂ ਨੂੰ ਆਪਣੇ ਪਿਆਰਿਆਂ ਨੂੰ ਕਿਰਪਾ ਕਰਕੇ ਬਚਾ ਲੈਂਦਾ ਹੈ। ਆਸਰੰ ਗੋਪਾਲ ਕੀਰਤਨ ਹੈ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਸਿਰਫ ਇੱਕੋ ਗੱਲ ਦਾ ਆਸਰਾ ਹੁੰਦਾ ਹੈ, ਪਰਮੇਸ਼ਰ ਦੇ ਕੀਰਤਨ ਦਾ, ਪਰਮੇਸ਼ਰ ਦੇ ਨਾਮ ਦਾ। ਕੇਵਲ ਰੱਬ ਦਾ ਹੀ ਆਸਰਾ ਰੱਖਦੇ ਨੇ ਪ੍ਰਭੂ ਦੇ ਪਿਆਰੇ, ਇਸੇ ਕਰਕੇ ਬਚਦੇ ਨੇ ਇਸ ਅੱਗ ਤੋਂ। ਸਾਧ ਸੰਗਤ ਗੁਰੂ ਗਰੀਬ ਨਵਾਜ ਦਾ ਇੱਕ ਬਚਨ ਹੈ ਗੁਰੂ ਨਾਨਕ ਸਾਹਿਬ ਦਾ ਹਜ਼ੂਰ ਦਾ, ਸ਼੍ਰੀ ਰਾਗ ਵਿੱਚ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਏਕ ਸੁਆਣ ਦੋਏ ਸੁਆਣੀ ਨਾਲ, ਮੇਰੇ ਨਾਲ ਇੱਕ ਕੁੱਤਾ ਤੇ ਦੋ ਕੁੱਤੀਆਂ ਹਰ ਵੇਲੇ ਨਾਲ ਰਹਿੰਦੀਆਂ ਨੇ। ਸਿੱਖ ਹੈਰਾਨ ਹੋ ਗਏ, ਮਹਾਰਾਜ ਅਸੀਂ ਤੇ ਕਦੇ ਨਹੀਂ ਵੇਖਿਆ ਵੀ ਤੁਹਾਡੇ ਨਾਲ ਧਰਮਸ਼ਾਲਾ ਤੋਂ ਬਾਹਰ ਤੇ ਬਥੇਰੇ ਕੁੱਤੇ ਤੁਰੇ ਫਿਰਦੇ ਨੇ। ਮਹਾਰਾਜ ਸਾਡੀ ਸਮਝ ਵਿੱਚ ਗੱਲ ਨਹੀਂ ਆਈ। ਹਜ਼ੂਰ ਕਹਿੰਦੇ ਨੇ ਏਕ ਸੁਆਹਣ ਦੋਏ ਸੁਆਣੀ ਨਾਲ, ਇੱਕ ਕੁੱਤਾ ਤੇ ਦੋ ਕੁੱਤੀਆਂ ਦਿਨ ਰਾਤ ਮੇਰੇ ਨਾਲ ਰਹਿੰਦੀਆਂ। ਭਲਕੇ ਭੌਂਕੇ ਸਦਾ ਬਿਆਰ, ਜਦੋਂ ਮੈਂ ਸਵੇਰੇ ਉੱਠਦਾ ਨਾ ਅੰਮ੍ਰਿਤ ਵੇਲੇ, ਮੇਰੇ ਉੱਠਣ ਦੀ ਦੇਰ ਹੁੰਦੀ ਹੈ, ਇੱਕ ਕੁੱਤਾ ਤੇ ਦੋ ਕੁੱਤੀਆਂ ਉਸ ਵੇਲੇ ਭੌਂਕਣ ਲੱਗ ਪੈਂਦੀਆਂ। ਏਕ ਸੁਆਣ ਦੋਏ ਸੁਆਣੀ ਨਾਲ ਭਲਕੇ ਭੌਂਕੇ, ਭਲਕੇ ਤੋਂ ਭਾਵ ਅੰਮ੍ਰਿਤ ਵੇਲੇ ਉੱਠਦਿਆਂ ਸਾਰੇ, ਭਲਕੇ ਭੌਂਕੇ ਸਦਾ ਬਿਆਰ। ਮਹਾਰਾਜ ਕਹਿੰਦੇ ਨੇ ਕੂੜ ਛੁਰਾ ਮੁੱਠਾ ਮੁਰਦਾ। ਉਹ ਕੁੱਤਾ ਕਿਹੜਾ ਹੈ? ਮਹਾਰਾਜ ਕਹਿੰਦੇ ਲੱਭ ਕੁੱਤਾ। ਇੱਕ ਹੁੰਦਾ ਸਾਧ ਸੰਗਤ ਲੱਭ, ਬੜੇ ਸਿਆਣੇ ਗੁਰਮੁਖ ਬੈਠੇ ਹੋ,
ਇੱਕ ਹੁੰਦਾ ਲੱਭ, ਇੱਕ ਹੁੰਦਾ ਲੋਭ। ਜਿਹੜਾ ਲੱਭ ਹੁੰਦਾ ਇਹਦਾ ਸੰਬੰਧ ਖਾਣ ਨਾਲ ਹੁੰਦਾ, ਉਹ ਵੀ ਖਾ ਲਓ, ਉਹ ਵੀ ਖਾ ਲਓ, ਉਹ ਵੀ ਖਾ ਲਓ, ਉਹ ਵੀ ਖਾ ਲਓ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਲੱਭ ਦਾ ਕੁੱਤਾ ਇਹ ਵੀ ਮੇਰੇ ਨਾਲ ਸਵੇਰੇ ਉੱਠਦਿਆਂ ਸਾਰੀ ਭੌਂਕਣ ਡਿਆ ਪੈਂਦਾ। ਮਸਕੀਨ ਜੀ ਇੱਕ ਵਾਰੀ ਇਸੇ ਸਟੇਜ ਤੋਂ ਕਹਿੰਦੇ, ਬਹੁਤ ਸਾਲ ਹੋ ਗਏ, ਹੋ ਸਕਦਾ 25 ਸਾਲ ਹੋਇਆ, ਕਹਿੰਦੇ ਮੈਂ ਹੈਰਾਨ ਹੋਇਆ, ਮੈਂ ਸਫ਼ਰ ਕਰਦਾ ਸਾਂ ਗੱਡੀ ਵਿੱਚ, ਕਿਤੇ ਦੂਰ ਜਾਣਾ ਸੀ, ਇੱਕ ਬੰਦੇ ਨੂੰ ਮੈਂ ਮੰਡੇਰੇ 3 ਵਜੇ ਰੋਟੀ ਖਾਂਦਿਆਂ ਵੇਖਿਆ, 3 ਵਜੇ ਹੋਟਲ। ਮਸਕੀਨ ਜੀ ਕਹਿੰਦੇ ਮੈਂ ਹੈਰਾਨ ਹੋਇਆ ਵੀ ਇਹ ਦਿਨੇ ਕੀ ਕਰਦਾ ਹੋਏਗਾ ਬੰਦਾ। ਜਿਹੜਾ ਖਾਣ ਦਾ ਲਾਲਚ ਹੈ ਇਹ ਮੇਰੇ ਅੰਦਰ ਕੁੱਤਾ ਹੈ, ਲੱਭ ਕੁੱਤਾ, ਕੂੜ ਚੂੜਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਇੱਕ ਕੁੱਤਾ ਹੈ, 2 ਕੁੱਤੀਆਂ ਹਨ। ਕੁੱਤਾ ਤੇ ਹੋ ਗਿਆ ਲੱਭ, ਤੇ ਕੁੱਤੀਆਂ ਕਿਹੜੀਆਂ ਨੇ? ਆਸਾ ਤੇ ਤ੍ਰਿਸ਼ਨਾ। ਸਵੇਰੇ ਉੱਠਦਿਆਂ ਤ੍ਰਿਸ਼ਨਾ ਲੱਗ ਜਾਂਦੀ, ਸਵੇਰੇ ਉੱਠਦਿਆਂ ਆਸਾਂ ਲਾ ਕੇ ਬਹਿ ਜਾਂਦਾ। ਏਕ ਸਵਾਣ ਦੋਏ ਸਵਾਣੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੂੜ ਛੁਰਾ ਮੁੱਠਾ ਮੁਰਦਾਰ। ਮੇਰੇ ਕੋਲ ਝੂਠ ਦਾ ਛੁਰਾ ਹੈ ਜਿਹੜਾ ਹਰ ਵੇਲੇ ਮੈਂ ਆਪਣੇ ਕੋਲ ਰੱਖਣਾ। ਮੁੱਠਾ ਮਾਇਆ ਨੇ ਮੈਨੂੰ ਲੁੱਟਿਆ ਹੋਇਆ ਹੈ। ਮੁਰਦਾਰ ਮੈਂ ਮੁਰਦਾ ਖਾਂਦਾ ਹਾਂ, ਭਾਵ ਕਿ ਲੋਕਾਂ ਦਾ ਹੱਕ ਖਾਨਾ ਹਾਂ। ਕੂੜ ਛੁਰਾ ਮੁੱਠਾ ਮੁਰਦਾਰ, ਧਨ ਕਰੂਪ ਰਹਾ ਕਰਤਾਰ। ਪੰਜਾਬ ਦੇ ਵਿੱਚ ਅੱਜ ਵੀ ਇੱਕ ਬਰਾਦਰੀ ਹੈ, ਉਹ ਸ਼ਿਕਾਰ ਖੇਡਦੇ ਨੇ। ਉਹਨਾਂ ਕੋਲ ਕੁੱਤੇ ਕੁੱਤੀਆਂ ਸ਼ਿਕਾਰੀ ਹੁੰਦੇ ਨੇ, ਸ਼ਿਕਾਰ ਲੱਭਦੇ ਫਿਰਦੇ ਨੇ। ਉਸ ਕੋ ਗੁੱਸਾ ਨਾ ਕਰੇ ਮੇਰਾ ਵੀਰ, ਉਹਨੂੰ ਸਾਂਸੀ ਬਰਾਦਰੀ ਕਹਿੰਦੇ ਨੇ। ਪ੍ਰੋਫੈਸਰ ਸਾਹਿਬ ਸੇ ਹੋਰਾਂ ਵੀ ਇਸ ਸ਼ਬਦ ਦਾ ਅਰਥ ਸਾਂਸੀ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੀ ਗੱਲ ਲੋਕਾਂ ਨੂੰ ਕਹਿਣੀ ਹੁੰਦੀ ਸੀ ਆਪਣੇ ਆਪ ਨੂੰ ਕਹਿ ਲੈਂਦੇ ਸੀ। ਪਤਾ ਸੀ ਸੁਣਨਾ ਤੇ ਜਾਣਨਾ ਬਹੁਤ ਔਖਾ। ਇਹ ਗੁਰਦੇਵ ਜੀ ਦਾ ਬੜਾ ਨਿਮਰਤਾ ਤੇ ਵਿਲੱਖਣ ਢੰਗ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਛੁਰਾ ਮੇਰੇ ਕੋਲ ਕੂੜ ਦਾ ਹੈ, ਕੂੜ ਛੁਰਾ ਮੁੱਠਾ ਮੁਰਦਾਰ, ਧਨ ਕਰੂਪ ਰਹਾ ਕਰਤਾਰ। ਸਾਂਸੀਆਂ ਵਾਲਾ ਰੂਪ ਧਰ ਕੇ ਕੁੱਤੇ ਕੁੱਤੀਆਂ ਮੇਰੇ ਕੋਲ ਹਰ ਵੇਲੇ ਭੱਜਾ ਫਿਰਦਾ ਮੈਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। हे ਪ੍ਰਭੂ ਮੈਂ ਤੇਰੀ ਨਸੀਹਤ ਤੇ ਨਹੀਂ ਚੱਲਦਾ, ਮੇਰਾ ਆਚਰਨ ਵੀ ਉੱਚਾ ਨਹੀਂ ਹੈ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹ ਆਧਾਰ। ਬਾਬਾ ਨਾਨਕ ਜੀ ਕਹਿੰਦੇ ਨੇ, ਇਹ ਸਾਡੇ ਵੱਲੋਂ ਕਹਿੰਦੇ ਬਾਬਾ ਨਾਨਕ ਮਹਾਰਾਜ ਕਹਿੰਦੇ ਨੇ हे ਮੇਰੇ ਕਰਤਾਰ ਮੈਂ ਤੇਰੀ ਸਿੱਖਿਆ ਤੇ ਨਹੀਂ ਚੱਲਦਾ। हे ਮੇਰੇ ਕਰਤਾਰ ਮੇਰੀ ਕਰਨੀ ਵੀ ਚੰਗੀ ਨਹੀਂ, ਮੈਂ ਕੂੜ ਬੋਲਦਾ ਹਰ ਵੇਲੇ, ਲੋਕਾਂ ਦਾ ਹੱਕ ਖਾਨਾ ਹਾਂ। ਆਸਾ ਤੇ ਤ੍ਰਿਸ਼ਨਾ ਲੱਭ। ਮਹਾਰਾਜ ਇਹ ਕੁੱਤੇ ਹਰ ਵੇਲੇ ਭੌਂਕਦੇ ਨੇ ਮੇਰੇ ਨਾਲ। ਮੈਨੂੰ ਇੱਕੋ ਚੀਜ਼ ਦਾ ਆਸਰਾ ਹੈ, ਮੈਂ ਸੁਣਿਆ ਹੈ ਜਿਹੜਾ ਤੇਰਾ ਨਾਮ ਜਪਦਾ ਹੈ ਇਹਨਾਂ ਤੋਂ ਬਚ ਜਾਂਦਾ ਹੈ। ਤੇਰਾ ਏਕ ਨਾਮ ਤਾਰੇ ਸੰਸਾਰ, ਜਿਹੜਾ ਤੇਰਾ ਨਾਮ ਜਪਦਾ ਹੈ ਉਹਨੂੰ ਤੂੰ ਪਾਰ ਕਰ ਦਿੰਦਾ ਹੈ। ਮੈਂ ਇਹ ਆਸ ਇਹ ਆਧਾਰ, ਬਸ ਇੱਕੋ ਹੀ ਮੈਨੂੰ ਆਸ ਹੈ ਤੇਰੇ ਨਾਮ ਦੀ, ਇਹੋ ਮੈਨੂੰ ਆਸਰਾ ਹੈ। ਆਨੰਦ ਸਾਹਿਬ ਦੀ ਬਾਣੀ 'ਚ ਅਸੀਂ ਹਰ ਰੋਜ਼ ਨਹੀਂ ਪੜ੍ਹਦੇ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਚਲੋ ਖੈਰ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜੇ ਮੇਰੇ ਪ੍ਰਭੂ ਦੇ ਪਿਆਰੇ ਹਨ ਉਹ ਕੇਵਲ ਰੱਬ ਦਾ ਆਸਰਾ ਰੱਖਦੇ ਹਨ। ਸਾਧ ਸੰਗਤ ਸੁਖਮਨੀ ਸਾਹਿਬ ਜੀ ਦਾ ਪਾਠ ਗੁਰੂ ਕੀ ਸੰਗਤ ਕਰਦੀ ਆਪਾਂ ਕਰਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਦਰਦ ਭਰਮ ਪਉ ਜਾਏ। ਮਹਾਰਾਜ ਕਹਿੰਦੇ ਨੇ ਇੱਕ ਨੂੰ ਸਿਮਰੋ, ਇੱਕ ਦੀ ਆਸ ਰੱਖੋ, ਦੁੱਖ ਦਰਦ ਭਰਮ ਵਹਿਮ ਜਿਹੜੇ ਸਾਰੇ ਦੂਰ ਹੋ ਜਾਣਗੇ। ਪ੍ਰਭੂ ਦੇ ਪਿਆਰੇ ਇਸ ਕਰਕੇ ਬਚ ਜਾਂਦੇ ਨੇ, ਉਹਨਾਂ ਨੂੰ ਕੇਵਲ ਪ੍ਰਭੂ ਦਾ ਹੀ ਆਸਰਾ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਉਹ ਤੇ ਦੁਹਾਈ ਦੇ ਕੇ ਕਹਿੰਦੇ ਨੇ ਪ੍ਰਭੂ ਤੇਰੇ ਤੋਂ ਬਿਨਾ ਕੌਣ ਹੈ ਤੇਰੇ ਵਰਗਾ ਹੋਰ, ਬਸ ਤੇਰੀ ਹੀ ਸਾਨੂੰ ਆਸ ਹੈ। ਮਹਾਰਾਜ ਤਾਂ ਕਹਿੰਦੇ ਨੇ ਅਵਰ ਨ ਸੂਝੈ ਦੂਜੀ ਠਾਰ, ਹਾਰ ਪਰਿਓ ਤੋ ਦੁਆਰੀ। ਕਿਸੇ ਦੂਸਰੇ ਦਰਵਾਜ਼ੇ ਤੇ ਜਾਣਾ, ਕਿਸੇ ਦੂਸਰੇ ਦਰ ਤੇ ਜਾਣਾ, ਇਹ ਤੇ ਬੜੇ ਦੂਰ ਦੀ ਗੱਲ ਹੈ। ਮਹਾਰਾਜ ਕਹਿੰਦੇ ਸਾਨੂੰ ਤੇ ਆਸਰਾ ਹੀ ਕੋਈ ਨਹੀਂ ਸੁੱਝਦਾ, ਸਾਨੂੰ ਤੇ ਆਸਰਾ ਲੱਭਦਾ ਕੋਈ ਨਹੀਂ ਵੀ ਕਿਹਦੇ ਦਰ ਤੇ ਜਾਈਏ।
ਕਿਹੜਾ ਹੈ ਦਰ ਤੇਰੇ ਵਰਗਾ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾ ਜਸ ਗੋਬਿੰਦ ਦਾਸ ਦੁਆਰ। ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਸਾਧ ਸੰਗਤ ਪ੍ਰਭੂ ਦੇ ਪਿਆਰੇ ਕੇਵਲ ਉਹਦਾ ਹੀ ਆਸਰਾ ਰੱਖਦੇ ਨੇ, ਕਿਸੇ ਦਾ ਆਸਰਾ ਨਹੀਂ ਰੱਖਦੇ। ਸਾਧ ਸੰਗਤ, ਜਦੋਂ ਵਲੀ ਕੰਧਾਰੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਪਰ, ਮੈਂ ਵੀ ਸੋਚਦਾ ਸਾਂ ਵੀ ਪੱਥਰ ਹੋਏਗਾ ਕੋਈ ਕੁਇੰਟਲ 2 ਕੁਇੰਟਲ ਦਾ। ਜਦੋਂ ਦਰਸ਼ਨ ਕਰਨ ਗਏ ਤੇ ਪਤਾ ਲੱਗਾ ਵੀ ਉਹ ਪੱਥਰ ਨਹੀਂ, ਉਹ ਤੇ ਇੱਕ ਪਹਾੜ ਦੀ ਸਿੱਲ ਵਾ, ਪੱਥਰ ਦੀ ਬੜੀ ਵੱਡੀ ਸਿੱਲ, 3 ਕੋਹ ਦੀ ਪਹਾੜੀ। ਉੱਤੋਂ ਉਹਨੇ ਆਪਣੀ ਕਰਾਮਾਤ ਨਾਲ ਪਹਾੜ ਦਾ ਟੁਕੜਾ ਰੇੜ ਦਿੱਤਾ, ਪੱਥਰ ਦੀ ਸਿੱਲ ਰੇੜ ਦਿੱਤੀ। ਜਿਉਂ-ਜਿਉਂ ਪੱਥਰ ਨੇੜੇ ਆਉਂਦਾ ਹੈ, ਜਿਉਂ-ਜਿਉਂ ਪੱਥਰ ਨੇੜੇ ਆਉਂਦਾ, ਭਾਈ ਮਰਦਾਨਾ ਕਹਿੰਦਾ ਬਾਬਾ ਪੱਥਰ ਆ ਗਿਆ, ਬਾਬਾ ਪੱਥਰ ਆ ਗਿਆ। ਜਿਉਂ-ਜਿਉਂ ਨੇੜੇ ਆਉਂਦਾ, ਬਾਬਾ ਪੱਥਰ ਆ ਗਿਆ। ਸਾਧ ਸੰਗਤ, ਮੈਂ ਕਈ ਵਾਰੀ ਹੈਰਾਨ ਹੁੰਨਾ ਪਈ, ਭਾਈ ਮਰਦਾਨਾ ਆਉਂਦਾ ਹੋਇਆ ਪੱਥਰ ਵੇਖ ਕੇ ਇੱਧਰ ਉੱਧਰ ਦੌੜ ਸਕਦਾ ਸੀ ਨਾ? ਉਹ ਪੱਥਰ ਨੇ ਮਗਰ ਤੇ ਨਹੀਂ ਸੀ ਪੈ ਜਾਣਾ ਭਾਈ ਮਰਦਾਨੇ ਤੇ। ਜਿਉਂ-ਜਿਉਂ ਪੱਥਰ ਨੇੜੇ ਆਉਂਦਾ, ਭਾਈ ਮਰਦਾਨਾ ਘੁੱਟ-ਘੁੱਟ ਕੇ ਬਾਬੇ ਦੇ ਚਰਨ ਫੜੀ ਜਾਂਦਾ, ਭਾਈ ਮਰਦਾਨਾ ਬਾਬੇ ਦੇ ਚਰਨਾਂ ਨੂੰ ਲਪਟੀ ਜਾਂਦਾ। ਬਾਬਾ ਪੱਥਰ ਆ ਗਿਆ, ਬਾਬਾ ਪੱਥਰ ਆ ਗਿਆ। ਭਾਈ ਮਰਦਾਨਾ ਦੁਆਈ ਦੇ ਕੇ ਕਹਿੰਦਾ ਬਾਬਾ ਪੱਥਰ ਆ ਗਿਆ। ਮਹਾਰਾਜ ਕਹਿੰਦੇ ਨੇ ਭਾਈ ਮਰਦਾਨਿਆ ਤੂੰ ਕਰਤਾਰ ਦਾ ਨਾਮ ਜਾ, ਪਰਵਾਹ ਨਾਹੀ ਕਿਸੈ ਕੇਰੀ ਬਾਤ ਸੱਚੈ ਨਾਏ। ਜਿਉਂ-ਜਿਉਂ ਪੱਥਰ ਨੇੜੇ ਆਉਂਦਾ, ਭਾਈ ਮਰਦਾਨਾ ਬਾਬੇ ਦੇ ਚਰਨਾਂ ਨੂੰ ਲਪਟੀ ਜਾਂਦਾ। ਅਸਲ ਵਿੱਚ ਭਾਈ ਮਰਦਾਨਾ ਸਾਨੂੰ ਕਹਿਣਾ ਚਾਹੁੰਦਾ, ਓਏ ਬਾਬੇ ਨਾਨਕ ਦੇ ਸਿੱਖੋ, ਜਦੋਂ ਕੋਈ ਬਿਪਤਾ ਆਣ ਪਏ, ਜਦੋਂ ਕੋਈ ਮੁਸੀਬਤ ਆਣ ਪਏ, ਆਸੇ ਪਾਸੇ ਨਾ ਦੌੜਿਆ ਕਰੋ, ਬਾਬੇ ਨਾਨਕ ਦੇ ਚਰਨਾਂ ਨੂੰ ਫੜ ਲਿਆ ਕਰੋ। ਕੋਲ ਆਣ ਕੇ ਦੁੱਖ ਦੁੱਖ ਨਹੀਂ ਰਹਿੰਦਾ, ਮੁਸੀਬਤ ਮੁਸੀਬਤ ਨਹੀਂ ਰਹਿੰਦੀ। ਦੁੱਖਾਂ ਦੇ ਪਹਾੜ ਟਲ ਜਾਂਦੇ ਹਨ, ਵਾਲ ਵਿੰਗਾ ਨਹੀਂ ਹੁੰਦਾ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਭਾਈ ਮੇਰੇ ਪਰਮੇਸ਼ਰ ਦੇ ਪਿਆਰੇ ਉਹਦਾ ਆਸਰਾ ਰੱਖਦੇ ਨੇ, ਮੇਰਾ ਪਰਮੇਸ਼ਰ ਉਹਨਾਂ ਨੂੰ ਸੜਨੋਂ ਬਚਾ ਲੈਂਦਾ ਹੈ। ਨਿਰਮਲੰ ਸੰਤ ਸੰਗੇਨਾ, ਪ੍ਰਭੂ ਦੇ ਪਿਆਰਿਆਂ ਦੀ ਜਿਹੜੀ ਸੰਗਤ ਹੈ ਨਾ, ਜਿਹੜਾ ਵੀ ਉਸ ਸੰਗਤ 'ਚ ਬੈਠਦਾ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਉਹਨੂੰ ਨਿਰਮਲ ਕਰ ਦਿੰਦੀ ਹੈ, ਪਵਿੱਤਰ ਕਰ ਦਿੰਦੀ ਹੈ। ਓਟ ਨਾਨਕ ਪਰਮੇਸ਼ਰ ਹੈ, ਕਿਉਂਕਿ ਪ੍ਰਭੂ ਦੇ ਪਿਆਰਿਆਂ ਦੀ ਜਿਹੜੀ ਸੰਗਤ ਹੈ, ਪ੍ਰਭੂ ਦੇ ਪਿਆਰੇ ਕੇਵਲ ਉਸ ਪਰਮੇਸ਼ਰ ਦਾ ਹੀ ਓਟ ਆਸਰਾ ਰੱਖਦੇ ਨੇ। ਚੰਦਨ ਚਾਂਦਨ ਸਰਦ ਰੁੱਤ, ਸਾਧ ਸੰਗਤ, ਚੰਦਨ ਦਾ ਲੇਪ ਕੀਤਾ ਹੋਵੇ, ਚੰਦਰਮਾ ਚੜਿਆ ਹੋਵੇ, ਠੰਡਕ ਦਿੰਦਾ ਹੋਵੇ, ਸਰਦੀ ਦੀ ਰੁੱਤ ਹੋਵੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਫਿਰ ਕੀ ਹੋਏਗਾ? ਹਾਂਜੀ, ਮੂਲ ਨ ਮਿਟਾਈ ਕਾਮ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੁਹਾਡਾ ਕੀ ਖਿਆਲ ਹੈ ਵੀ ਚੰਦਨ ਦਾ ਲੇਪ ਕੀ ਬੜਾ ਠੰਡਾ ਹੁੰਦਾ? ਚੰਦਨ, ਮਹਾਰਾਜ ਕਹਿੰਦੇ ਚੰਦਨ ਦਾ ਲੇਪ ਕੀਤਾ, ਚੰਦਰਮਾ ਦੀ ਠੰਡਕ ਵੀ ਹੈ, ਸਰਦੀ ਦੀ ਰੁੱਤ ਹੈ। ਤੁਹਾਡਾ ਕੀ ਖਿਆਲ ਹੈ ਵੀ ਜਿਸ ਬੰਦੇ ਦੇ ਅੰਦਰ ਤਪਸ਼ ਹੈ, ਈਰਖਾ ਦੀ ਅੱਗ ਹੈ, ਉਹਨੂੰ ਠੰਡ ਪੈ ਜਾਏਗੀ ਕਿਤੇ ਸ਼ਿਮਲੇ ਜਾ ਕੇ? ਜੇ ਠੰਡ ਵਾਲੇ ਇਲਾਕੇ ਵਿੱਚ ਹੀ ਸਰੀਰ ਤੇ ਠੰਡਾ ਹੋ ਸਕਦਾ, ਜੇ ਕਿਤੇ ਅੰਦਰ ਦੀ ਅੱਗ ਬੁਝਦੀ ਹੋਵੇ, ਵਿਕਾਰਾਂ ਦੀ, ਈਰਖਾ ਦੀ ਅੱਗ ਬੁਝਦੀ ਹੋਵੇ, ਤੇ ਪਹਾੜੀ ਲੋਕ ਜਿਹੜੇ ਨੇ ਉਹ ਫਿਰ ਅੰਦਰੋਂ ਵੀ ਸ਼ਾਂਤ ਰਹਿਣ। ਜੇ ਕਿਤੇ ਠੰਡੇ ਇਲਾਕੇ ਵਿੱਚ ਗਿਆ, ਕਿਤੇ ਮਨ ਵੀ ਸ਼ਾਂਤ ਹੋ ਜਾਏ, ਕਿਉਂ ਫਿਰ ਲੋਕ ਇਸ ਤਰ੍ਹਾਂ ਆਪਣੇ ਅੰਦਰ ਸਾੜਾ ਬਾਲਾ ਕਰਨ? ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਬਿਲਕੁਲ ਹੀ ਅੰਦਰ ਦੀ ਤਪਸ਼ ਨਹੀਂ ਘਟਦੀ। ਚੰਦਨ ਦਾ ਲੇਪ ਕੀਤਾ ਹੋਏ, ਸਰਦੀ ਦੀ ਰੁੱਤ ਹੋਏ, ਪਹਾੜਾਂ ਵਿੱਚ ਬੈਠਾ ਹੋਇਆ ਬੰਦਾ ਭਾਵੇਂ ਠੰਡ ਵਿੱਚ ਬੈਠਾ ਹੋਏ, ਬਿਲਕੁਲ ਅੰਦਰ ਦੀ ਤਪਸ਼ ਖਤਮ ਨਹੀਂ ਹੁੰਦੀ। ਹਾਂਜੀ, ਸੀਤਲ ਥੀਵੈ ਨਾਨਕਾ, ਸਿੱਖ ਨੇ ਆਖਿਆ ਮਹਾਰਾਜ ਫਿਰ ਅੰਦਰ ਕਿਵੇਂ ਸ਼ਾਂਤ ਹੁੰਦਾ ਹੈ? ਹਜ਼ੂਰ ਕਹਿੰਦੇ ਨੇ ਸੀਤਲ ਥੀਵੈ ਨਾਨਕਾ। ਮਹਾਰਾਜ ਕਹਿੰਦੇ ਨੇ ਹੇ ਨਾਨਕ, ਅੰਦਰ ਸੀਤਲ ਕਦੋਂ ਹੁੰਦਾ ਹੈ, ਅੰਦਰ ਕਦੋਂ ਸ਼ਾਂਤ ਹੁੰਦਾ ਹੈ? ਜਪੰਦੜੋ ਹਰ ਨਾਮ, ਜਦੋਂ ਵਾਹਿਗੁਰੂ ਦਾ ਨਾਮ ਜਪੋਗੇ। ਇੱਥੇ ਜਪ ਲੋਗੇ, ਇੱਥੇ ਵੀ ਮਨ ਸ਼ਾਂਤ ਹੋ ਜਾਏਗਾ। ਸਰੀਰ ਤੇ ਠੰਡਾ ਹੋ ਸਕਦਾ ਜਾ ਕੇ ਸ਼ਿਮਲੇ 'ਚ, ਹੋਰ ਇਲਾਕੇ ਵਿੱਚ ਜਾ ਕੇ, ਬਰਫ਼ ਵਾਲੇ ਇਲਾਕੇ ਵਿੱਚ ਜਾ ਕੇ,
ਮਿੱਤਰਾ ਅੰਦਰ ਸ਼ਾਂਤ ਉਦੋਂ ਹੋਏਗਾ ਜਦੋਂ ਜਪੇਗਾ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਰਾਮਦਾਸ ਦੀ ਜੋਤੀ ਜੋ ਸਮਾ ਗਏ ਗੋਇੰਦਵਾਲ ਸਾਹਿਬ। ਜਦੋਂ ਗੁਰੂ ਰਾਮਦਾਸ ਮਹਾਰਾਜ ਅੰਗੀਠਾ ਸਾਹਿਬ ਤਿਆਰ ਹੋ ਗਿਆ, ਗੁਰੂ ਅਰਜਨ ਸਾਹਿਬ ਮਹਾਰਾਜ 18 ਸਾਲਾਂ ਦੇ ਗੱਭਰੂ ਸਨ, ਬਹੁਤ ਸ਼ਾਂਤ ਸਨ। ਇਸੇ ਕਰਕੇ ਸ਼ਾਂਤੀ ਦਾ ਪੁੰਜ ਕਿਹਾ ਜਾਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਸਰੀਰ ਨੂੰ ਚੁੱਕ ਕੇ ਅੰਗੀਠਾ ਸਾਹਿਬ ਦੇ ਰੱਖਣ ਲੱਗੇ। ਜਿਹੜਾ ਪ੍ਰਿਥੀਆ ਸੀ ਨਾ, ਪ੍ਰਿਥੀਆ ਤੇ ਦਵਾਈ ਦੇ ਉੱਠਿਆ। ਗੁਰਤਾ ਤਿਲਕ ਭਲੋ ਇਹ ਨ ਪਾਇਓ, ਚੰਗਾ ਮਿਲਿਆ ਗੁਰਤਾ ਗੱਦੀ ਦਾ ਤਿਲਕ ਇਹਨੂੰ। ਦੋਏ ਦਿਨ ਬੀਤੇ ਨਾ ਬਿਸ ਕੋ ਖਵਾਇਓ। ਅਸਲ ਵਿੱਚ ਅੱਜ ਗੁਰਤਾ ਗੱਦੀ ਦਿੱਤੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਨੂੰ। ਅਗਲੇ ਦਿਨ ਗੋਇੰਦਵਾਲ ਸਾਹਿਬ ਚਲੇ ਗਏ। ਤੀਸਰੇ ਦਿਨ ਮਹਾਰਾਜ ਜੋਤੀ ਜੋ ਸਮਾ ਗਏ। ਪ੍ਰਿਥੀਆ ਕਹਿਣ ਲੱਗਾ ਦਿਨ ਅਜੇ 2 ਨਹੀਂ ਬੀਤੇ, ਪਿਓ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਗੁਰਤਾ ਤਿਲਕ ਭਲੋ ਇਹ ਨ ਪਾਇਓ, 2 ਦਿਨ ਬੀਤੇ ਨਾ ਬਿਸ ਕੋ ਖਵਾਇਓ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਪ੍ਰਿਥੀਆ ਤੂੰ ਕੀ ਕਹਿਣਾ ਹੈ, ਕਿਉਂ ਜ਼ਹਿਰ ਦੇ ਕੇ ਮਾਰਨਾ ਸੀ ਗੁਰੂ ਅਰਜਨ ਸਾਹਿਬ ਨੇ? ਕਹਿਣ ਲੱਗਾ ਪੁਜਵਾਵਣ ਕੋ ਲਾਲਚ ਕਰਕੇ ਮਾਰਿਓ ਪਿਤਾ ਕਪਟ ਕੋ ਧਰ ਕੇ। ਇਹਨੇ ਸੋਚਿਆ ਜੇ ਮੇਰਾ ਪਿਓ ਜਿਉਂਦਾ ਰਿਹਾ ਤੇ ਮੇਰੀ ਪੂਜਾ ਕਿੰਨੇ ਕਰਨੀ। ਦੁਸ਼ਮਣ ਬਾਤ ਕਰੇ ਅਣਹੋਣੀ, ਪਰ ਦੁਸ਼ਮਣ ਜੋ ਮਰਜ਼ੀ ਆਖੇ, ਜਿਹੜਾ ਸੁਣਨ ਵਾਲਾ ਉਹਦਾ ਵੀ ਦਿਮਾਗ ਕੰਮ ਕਰਨਾ ਚਾਹੀਦਾ। ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਕੁਝ ਕਹਿਣਾ ਚਾਹੁੰਦੇ ਸਨ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਇਹਨੇ ਸ਼ਾਂਤ ਸਨ। ਮਹਾਰਾਜ ਨੇ ਇਸ਼ਾਰਾ ਕੀਤਾ, ਬਾਬਾ ਬੁੱਢਾ ਸਾਹਿਬ ਜੀ ਕੋਈ ਗੱਲ ਨਹੀਂ। ਜਦੋਂ ਪਿਤਾ ਜੀ ਜੋਤੀ ਜੋ ਸਮਾਉਣ ਲੱਗੇ ਨੇ, ਗੁਰੂ ਰਾਮਦਾਸ ਮੈਨੂੰ ਕਹਿ ਕੇ ਗਏ ਨੇ ਕੋਲ ਬੁਲਾ ਕੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਪ੍ਰਭੂ ਦਾ ਪਿਆਰਾ ਆਪਣਾ ਗੁਣ ਨਾ ਛੱਡੇ। ਬਾਬਾ ਬੁੱਢਾ ਸਾਹਿਬ ਜੀ ਕੋਈ ਗੱਲ ਨਹੀਂ, ਜੋ ਭਰਾ ਜੀ ਕਹਿੰਦੇ ਨੇ ਇਹਨਾਂ ਨੂੰ ਕਹਿ ਲੈਣ ਦਿਓ। ਸਾਧ ਸੰਗਤ ਜਿੱਦਣ 10ਵਾਂ ਸੀ, ਗੋਇੰਦਵਾਲ ਸਾਹਿਬ 11 ਪੱਟ ਉਦਣ ਆਏ। 10ਵੇਂ ਤੇ ਸਲਾਹ ਮਸ਼ਵਰਾ ਹੋਇਆ। ਬਾਬਾ ਬੁੱਢਾ ਸਾਹਿਬ ਜੀ 94 ਸਿੱਖਾਂ ਨਾਲ ਸਲਾਹ ਕਰ ਲਗੇ ਪਈ ਪਿਤਾ ਵਾਲੀ ਪੱਗ ਕਿਹਨੂੰ ਦੇਣੀ ਚਾਹੀਦੀ ਹੈ। ਗੁਰੂ ਘਰ ਵਾਲੀ ਪੱਗ ਦੇ ਪਤਾ ਵੀ ਗੁਰੂ ਅਰਜਨ ਸਾਹਿਬ ਨੂੰ ਦੇਣੀ ਆ। ਕੋਈ ਸਿੱਖ ਕਹਿਣ ਲੱਗਾ ਮਹਾਰਾਜ ਜੀ ਜਿਹੜੀ ਨਾਨਕਿਆਂ ਦੀ ਪੱਗ ਹੈ, ਜਿਹੜੀ ਪਿਤਾ ਵਾਲੀ ਪੱਗ ਹੈ, ਇਹ ਪ੍ਰਿਥੀਆ ਨੂੰ ਦੇ ਦਿਓ ਕਿਉਂਕਿ ਵੱਡਾ ਸਪੁੱਤਰ ਹੈ। ਗੁਰੂ ਅਰਜਨ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਇਸ ਪ੍ਰਿਥੀਏ ਨੂੰ ਪਿਤਾ ਵਾਲੀ ਪੱਗ ਵੀ ਨਹੀਂ ਦੇਣੀ, ਇਹਨੂੰ ਨਾਨਕਿਆਂ ਵਾਲੀ ਪੱਗ ਵੀ ਨਹੀਂ ਦੇਣੀ। ਬਾਬਾ ਬੁੱਢਾ ਸਾਹਿਬ ਆਖਣ ਲੱਗੇ ਜਦੋਂ ਗੁਰਤਾ ਗੱਦੀ ਦਿੱਤੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ, ਇਸ ਪ੍ਰਿਥੀਏ ਮੀਣੇ ਨੇ ਬੜੇ ਕਬੋਲ ਬੋਲੇ। ਇਹਨੇ ਗੁਰੂ ਰਾਮਦਾਸ ਜੀ ਨੂੰ ਬੜੇ ਕਬੂਲ ਬੋਲੇ ਨੇ। ਇਸੇ ਕਰਕੇ ਗੁਰੂ ਰਾਮਦਾਸ ਪਿਤਾ ਜੀ ਨੂੰ ਕਹਿਣਾ ਪਿਆ, ਕਾਹੇ ਪੂਤ ਝਗਰਤ ਹਉ ਸੰਗ ਬਾਪ। ਪੁੱਤਰ ਤੈਨੂੰ ਨਹੀਂ ਪਤਾ ਮੈਂ ਤੇਰਾ ਬਾਪ ਹਾਂ। ਜਿਨ ਕੇ ਜਣੇ ਬਡੀਰੇ ਤੁਮ ਹੋ 300 ਝਗਰਤ ਪਾਪ। ਪੁੱਤਰ ਜਿਨ੍ਹਾਂ ਨੇ ਜਨਮ ਦਿੱਤਾ ਹੋਵੇ, ਜਿਨ੍ਹਾਂ ਨੇ ਵੱਡਾ ਕੀਤਾ ਹੋਵੇ, ਜਿਨ੍ਹਾਂ ਨੇ ਪਾਲਿਆ ਹੋਵੇ, ਪੁੱਤਰ ਉਹਨਾਂ ਨਾਲ ਲੜਨਾ ਬਹੁਤ ਵੱਡਾ ਪਾਪ ਹੁੰਦਾ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਇਹਨੇ ਗੁਰੂ ਰਾਮਦਾਸ ਜੀ ਨੂੰ ਬੜੇ ਕਬੂਲ ਬੋਲੇ ਨੇ, ਇਸ ਕਰਕੇ ਇਹਨੂੰ ਪਿਤਾ ਵਾਲੀ ਪੱਗ ਵੀ ਨਹੀਂ ਦੇਣੀ। ਅੱਜ ਮੈਨੂੰ ਖਿਮਾ ਕਰਨੀ, ਅੱਜ ਵੇਖਾ ਵੇਖੀ ਅਸੀਂ ਕਰੀ ਜਾਂਦੇ ਹਾਂ। ਜਿਹੜੇ ਪੁੱਤ ਨੇ ਪਿਓ ਨੂੰ ਸੰਭਾਲਿਆ ਹੁੰਦਾ, ਜਿਹੜੀ ਕੋਈ ਵਿਗਾ ਜ਼ਮੀਨ ਹੁੰਦੀ ਹੈ ਉਹ ਵੇਚ ਕੇ, ਡੰਗਰ ਵੱਛਾ ਮੱਝ ਗਊ ਵੇਚ ਕੇ ਪਿਓ ਨੂੰ ਸਾਂਭਿਆ ਹੁੰਦਾ, ਉਹਨੂੰ ਵਿਚਾਰੇ ਗਰੀਬ ਨੂੰ ਪੁੱਛਦਾ ਕੋਈ ਨਹੀਂ। ਜਿਹੜਾ ਸ਼ਹਿਰ ਵਿੱਚੋਂ ਜਾਂਦਾ, ਲੰਮੀ ਗੱਡੀ ਤੇ ਪ੍ਰੋਫੈਸਰ ਸਾਹਿਬ ਜਾਂਦੇ ਨੇ, ਉਹ ਪਹਿਲਾਂ ਜੰਮੇ ਸੀ, ਉਹਨੂੰ ਸਾਰੇ ਪ੍ਰੋਫੈਸਰ ਸਾਹਿਬ। ਜਿਹਦੇ ਵਿਚਾਰੇ ਦੀ ਹਵੇਲੀ ਵਿਕ ਗਈ, ਜਿਹਦਾ ਕੋਈ 2-4 ਕਨਾਲਾਂ ਜ਼ਮੀਨ ਵਿਕ ਗਈ, ਬਾਪੂ ਨੂੰ ਕੰਧਿਆਂ ਦੇ ਚੁੱਕ ਕੇ ਲਈ ਫਿਰਿਆ, ਉਹਨੂੰ ਪੱਗ ਕੌਣ ਦਿੰਦਾ? ਪੱਗ ਉਹਨੂੰ ਮਿਲਣੀ ਚਾਹੀਦੀ ਜਿਹੜਾ ਪਿਓ ਦੀ ਸੇਵਾ ਕਰਦਾ। ਪੱਗ ਉਹਨੂੰ ਦਿਓ ਜਿਹੜਾ ਪਿਓ ਦਾ ਆਗਿਆਕਾਰ ਹੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਇਹਨੂੰ ਨਹੀਂ ਪੱਗ ਦੇਣੀ। ਇਹਨੇ ਬਹੁਤ ਕਬੂਲ ਬੋਲੇ ਗੁਰੂ ਰਾਮਦਾਸ ਮਹਾਰਾਜ ਨੂੰ। ਇੱਕ ਹੋਰ ਸਾਡੇ ਕੰਮ ਚੱਲ ਪਿਆ। ਮਾਤਾ ਜੀ ਚੜ੍ਹਾਈ ਕਰ ਗਏ, ਨਾਨਕੇ ਪੱਗ ਲੈ ਕੇ ਆਏ। ਪੱਗ ਕਿਹਨੂੰ ਦਿੱਤੀ? ਪੁੱਤਰ ਨੂੰ।
ਉਹ ਮੈਂ ਕਿਹਾ ਦਵਾਈ ਰੱਬ ਦੀ, ਅਜੇ ਤੁਹਾਡਾ ਬਾਪੂ ਜਿਉਂਦਾ ਵਾ, ਬਾਪੂ ਅਜੇ ਚੰਗਾ ਭਲਾ ਵੇਖਾ ਵੇਖੀ ਕਰੀ ਜਨੇ ਆਪਣੇ। ਬਾਬਾ ਬੁੱਢਾ ਸਾਹਿਬ ਆਖਣਗੇ ਇਹ ਵੀ ਪੱਗ ਨਹੀਂ ਦੇਣੀ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਵਾਲੀ ਜਿਹੜੀ ਪੱਗ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦਿੱਤੀ। ਭਾਈ ਗੁਰਦਾਸ ਸਾਹਿਬ ਜੀ ਨੇ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਸੀ ਗੁਰੂ ਅਰਜਨ ਸਾਹਿਬ। ਭਾਈ ਗੁਰਦਾਸ ਸਾਹਿਬ ਜੀ ਨੇ ਨਾਨਕਿਆਂ ਵਾਲੀ ਜਿਹੜੀ ਪੱਗ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦੇਤੀ, ਦੋਵੇਂ ਪੱਗਾਂ ਦੇਤੀਆਂ। ਪ੍ਰਿਥੀ ਚੰਦ ਜਰ ਬਰ ਗਏ, ਪ੍ਰਿਥੀ ਚੰਦ ਦੇ ਸੜ ਬਲ ਗਏ, ਕੋਲਾ ਹੋ ਗਿਆ। ਇਤਿਹਾਸ ਕਹਿੰਦਾ ਉੱਠਿਆ ਸੜਿਆ ਬਲਿਆ, ਇਹਨੇ ਦੋਵੇਂ ਪੱਗਾਂ ਖੋਲੀਆਂ, ਝਪਟ ਮਾਰ ਕੇ ਖੋਲੀਆਂ। ਬਾਬਾ ਬੁੱਢਾ ਸਾਹਿਬ ਜੀ ਉੱਠੇ, ਕੁਛ ਕਹਿਣ ਲੱਗੇ। ਗੁਰੂ ਅਰਜਨ ਸਾਹਿਬ ਮਹਾਰਾਜ 18 ਸਾਲਾਂ ਦਾ ਗੱਭਰੂ, ਪ੍ਰੋਫੈਸਰ ਸਾਹਿਬ ਸੇ ਕਹਿੰਦੇ ਓਏ ਦੁਨੀਆ ਦੇ ਲੋਕੋ, 18 ਸਾਲਾਂ ਦਾ ਜਵਾਨ ਗੱਭਰੂ, ਇਹ ਉਮਰ ਉਹ ਹੈ ਜਿਹੜੀ ਥੋੜੀ ਜਿਹੀ ਵੀ ਚੋਂਬ ਲੱਗੇ ਬੰਦਾ ਆਪੇ ਤੋਂ ਬਾਹਰ ਹੋ ਜਾਂਦਾ। 18 ਸਾਲਾਂ ਦਾ ਗੁਰੂ ਗੱਭਰੂ ਗੁਰੂ ਨਾਨਕ ਸਾਹਿਬ ਦੇ ਤਖਤ ਤੇ ਬੈਠਾ, ਸਾਰਾ ਜਗਤ ਉਹਨਾਂ ਨੂੰ ਮੱਥਾ ਟੇਕਦਾ। ਇੰਨੀ ਵੱਡੀ ਨਿਰੰਕਾਰ ਦੀ ਪੂਰੀ ਸ਼ਕਤੀ ਉਹਨਾਂ ਦੇ ਕੋਲ। ਦੋਵੇਂ ਪੱਗਾਂ ਪ੍ਰਿਥੀ ਚੰਦ ਨੇ ਝਪਟ ਮਾਰ ਕੇ ਖੋਲੀਆਂ। ਬਾਬਾ ਬੁੱਢਾ ਸਾਹਿਬ ਜੀ ਉੱਠ ਕੇ ਕੁਛ ਕਹਿਣ ਲੱਗੇ। ਗੁਰੂ ਅਰਜਨ ਸਾਹਿਬ ਮਹਾਰਾਜ ਬੜੇ ਸ਼ਾਂਤ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਕੋਈ ਗੱਲ ਨਹੀਂ, ਇਹ ਦੋਵੇਂ ਪੱਗਾਂ ਮੇਰੇ ਭਰਾ ਕੋਲ ਹੀ ਰਹਿਣ ਦਿਓ। 11 ਦੇ 11 ਪੱਟ ਉੱਠ ਕੇ ਖਲੋ ਗਏ, 11 ਦੇ 11 ਪੱਟ ਉੱਠ ਕੇ ਖਲੋ ਗਏ। ਉਹਨਾਂ ਫਿਰ ਪਹਿਲੇ ਦਿਨ ਉਚਾਰਨ ਕੀਤਾ, ਕਹਿਣ ਲੱਗੇ ਓਏ ਦੁਨੀਆ ਦੇ ਲੋਕੋ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਪਰ, ਭਣ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਖ ਹਾਰ। ਓਏ ਦੁਨੀਆ ਦੇ ਲੋਕੋ, ਇੰਨੀ ਤਾਕਤ, ਜਵਾਨ ਗੱਭਰੂ, ਇੰਨੀ ਵੱਡੀ ਬੇਅਦਬੀ ਕੀਤੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ। ਇੱਕ ਵੀ ਬੁੱਲਾਂ ਦੇ ਗਿਲੇ ਦਾ ਰੋਸ ਦਾ ਸ਼ਬਦ ਨਹੀਂ ਆਇਆ, ਉਹਨਾਂ ਦੇ ਜਲਾਲ ਵਿੱਚ ਕੋਈ ਫਰਕ ਨਹੀਂ ਪਿਆ। ਭੱਟ ਕਹਿਣ ਲੱਗੇ ਉਹਨਾਂ ਅੰਦਰੋਂ ਰੱਬ ਬੋਲੇ, ਰੱਬ ਜੀ ਬੋਲੇ, ਭੱਟ ਕਹਿਣ ਲੱਗੇ ਓ ਦੁਨੀਆ ਦੇ ਲੋਕੋ, ਇੰਨੀ ਸ਼ਾਂਤੀ ਰੱਬ ਵਿੱਚ ਹੀ ਹੋ ਸਕਦੀ ਹੈ, ਬੰਦੇ ਵਿੱਚ ਨਹੀਂ ਇੰਨੀ ਸ਼ਾਂਤੀ ਹੋ ਸਕਦੀ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਪਰ, ਭਣ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਖ ਹਾਰ। ਗੁਰੂ ਪ੍ਰਤਖ ਹਰ ਹੈ, ਗੁਰੂ ਪ੍ਰਤਖ ਰੱਬ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਦੁਆਈ ਰੱਬ ਦੀ, ਚੰਦਨ ਦਾ ਲੇਪ, ਚੰਦ ਦੀ ਚਾਨਣੀ, ਸਰਦੀ ਦੀ ਰੁੱਤ, ਕੋਈ ਅੰਦਰ ਦੀ ਤਪਸ਼ ਨਹੀਂ ਬੁਝਾ ਸਕਦੀ। ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਮਨ ਉਦੋਂ ਸ਼ੀਤਲ ਹੁੰਦਾ ਜਦੋਂ ਪ੍ਰਭੂ ਦਾ ਨਾਮ ਜਪੋਗੇ। ਹਾਂਜੀ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਜਿਹੜੇ ਪ੍ਰਭੂ ਦੇ ਪਿਆਰੇ ਸੰਸਾਰ ਸਾਗਰ ਤੋਂ ਪਾਰ ਹੋਏ ਨੇ, ਜਿਨ੍ਹਾਂ ਦਾ ਉਧਾਰ ਹੋਇਆ ਹੈ, ਜਿਹੜੇ ਇਸ ਅੱਗ ਦੇ ਸਾਗਰ ਚ ਸੜਨੋਂ ਬਚ ਗਏ, ਉਹਨਾਂ ਨੇ ਪ੍ਰਭੂ ਦੀ ਓਟ ਰੱਖੀ ਸੀ, ਪ੍ਰਭੂ ਦਾ ਆਸਰਾ ਸੀ, ਇਸੇ ਕਰਕੇ ਉਹ ਬਚ ਗਏ ਸਨ। ਸੁਨ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਜਦੋਂ ਕੋਈ ਪਰਮੇਸ਼ਰ ਦੀ ਵਡਿਆਈ ਸੁਣਦਾ ਹੈ, ਉਹਨਾਂ ਦਾ ਪ੍ਰਤਾਪ ਸੁਣਦਾ ਹੈ, ਨਿਰਭਉ ਭਏ ਮਨ, ਪ੍ਰਭੂ ਦਾ ਪਿਆਰਾ ਨਿਰਭਉ ਹੋ ਜਾਂਦਾ, ਪ੍ਰਭੂ ਦਾ ਪਿਆਰਾ ਬੇਖੌਫ ਹੋ ਜਾਂਦਾ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਮਨ ਨਿਰਭਉ ਹੋ ਜਾਂਦਾ ਹੈ। ਟੂਟ ਨ ਆਵੈ ਮੂਲ ਸੰਚਿਆ ਨਾਮ ਧਨ। ਪ੍ਰਭੂ ਦੇ ਜਿਹੜੇ ਪਿਆਰੇ ਹਨ, ਉਹ ਪਰਮੇਸ਼ਰ ਦਾ ਨਾਮ ਧਨ ਜਮਾ ਕਰਦੇ ਹਨ, ਕਦੀ ਉਹਦੇ ਤੋਟ ਨਹੀਂ ਆਉਂਦੀ। ਸਾਧ ਸੰਗਤ ਮੈਂ ਇੱਕ ਬੇਨਤੀ ਕਰਾਂਗਾ, ਇੱਕ ਸ਼ਬਦ ਆਉਂਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਹਜ਼ੂਰ ਕਹਿੰਦੇ ਨੇ ਹਰ ਧਨ ਸੰਚੀਐ ਪਾਈ, ਭਾਈ ਰੱਬ ਦੇ ਨਾਮ ਦਾ ਧਨ ਜਮਾ ਕਰਨਾ ਚਾਹੀਦਾ ਹੌਲੀ ਹੌਲੀ। ਸਾਧ ਸੰਗਤ ਅਸੀਂ ਗ੍ਰਸਤੀ ਲੋਕ ਹੈ, ਅਸੀਂ ਕਹਿੰਦੇ ਆ ਧੀਆਂ ਪੁੱਤਰ ਵਿਆਹੁਣੇ ਨੇ, 4 ਕੌਡੀਆਂ ਜਮਾ ਕਰ ਲਓ, ਇਹਨਾਂ ਨੂੰ ਪੜ੍ਹਾਉਣਾ ਹੈ, ਇਹਨਾਂ ਨੂੰ ਪਾਲਣਾ ਹੈ, ਮਣਾ 4 ਕੌਡੀਆਂ ਜਮਾ ਕਰ ਲੈ। ਔਖੇ ਸੌਖੇ ਸਮੇਂ ਦਾ ਕੋਈ ਪਤਾ ਨਹੀਂ, ਪਤਾ ਨਹੀਂ ਕਦੋਂ ਕਾਲਾ ਸਮਾਂ ਆ ਜਾਏ। ਜਿਹੜਾ ਸੁੱਖ ਦਾ ਸਮਾਂ ਆਸਤੇ ਆਸਤੇ ਆਉਂਦਾ ਹੈ, ਦੁੱਖ ਵਾਲਾ ਸਮਾਂ ਉਦੋਂ ਹੀ ਪਤਾ ਲੱਗਦਾ ਜਦੋਂ ਆਣ ਕੇ ਦਰਸ਼ਨ ਦੇ ਦਿੰਦਾ ਹੈ।
ਅਸੀਂ ਗ੍ਰਸਤੀ ਲੋਕ ਕਹਿੰਦੇ ਆ ਭਈ ਧੀਆਂ ਪੁੱਤ ਵਿਆਹੁਣੇ ਨੇ, ਧੀਆਂ ਪੁੱਤ ਪੜਾਉਣੇ ਨੇ, ਇਹਨਾਂ ਨੂੰ ਘਰ-ਬਾਰ ਬਣਾ ਕੇ ਦੇਣੇ ਨੇ, ਔਖੇ ਸੌਖੇ ਦਾ ਸਮਾਂ ਪਤਾ ਕੋਈ ਨਹੀਂ, 4 ਕੌਡੀਆਂ ਜਮ੍ਹਾਂ ਕਰ ਲਓ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੋ ਜਿਵੇਂ ਗ੍ਰਸਤ ਨੂੰ ਚਲਾਉਣ ਵਾਸਤੇ ਹੌਲੀ 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 4-4 ਕੌਡੀਆਂ ਕਰਕੇ ਜਮ੍ਹਾਂ ਕਰਦੇ ਹੋ ਨਾ, ਥੋੜਾ ਥੋੜਾ ਕਰਕੇ, ਇਸੇ ਤਰ੍ਹਾਂ ਭਾਈ ਪ੍ਰਭੂ ਦੇ ਨਾਮ ਦਾ ਧਨ ਵੀ ਥੋੜਾ ਥੋੜਾ ਕਰਕੇ ਜਮ੍ਹਾਂ ਕਰੋ। ਕੋਈ ਇਹੋ ਜਿਹਾ ਸਕੂਲ, ਇਹੋ ਜਿਹੀ ਯੂਨੀਵਰਸਿਟੀ ਹੈ ਵੀ ਬੰਦਾ ਪਹਿਲੇ ਦਿਨ ਸਕੂਲ ਜਾਏ, ਪਹਿਲੇ ਦਿਨ ਯੂਨੀਵਰਸਿਟੀ ਜਾਏ ਤੇ ਪਹਿਲੇ ਦਿਨ ਹੀ MA ਕਰ ਜਾਏ, ਪਹਿਲੇ ਦਿਨ ਸਕੂਲ ਜਾਏ ਤੇ ਪਹਿਲੇ ਦਿਨ PhD ਕਰ ਜਾਏ? ਹੈਗਾ ਕੋਈ ਇਹੋ ਜਿਹਾ ਸਕੂਲ, ਕਾਲਜ, ਯੂਨੀਵਰਸਿਟੀ? ਮੈਨੂੰ ਯਾਦ ਆ ਵੀ ਸਕੂਲੇ ਗਏ, ਪਹਿਲੇ ਦਿਨ ਊੜਾ, 2-3 ਦਿਨ ਬਾਅਦ ਐੜਾ, ਫਿਰ ਈੜੀ, ਸੱਸਾ, ਫਿਰ ਦੂੰਦੂ ਅੱਖਰਾਂ ਦਾ ਜੋੜ, ਫਿਰ ਚੌਂ ਅੱਖਰਾਂ ਦਾ ਜੋੜ, ਫਿਰ ਪੰਜਾਬੀ ਪੜ੍ਹਨੀ ਆ ਗਏ। ਇਸੇ ਤਰ੍ਹਾਂ ਜਿਵੇਂ ਇੱਕ ਇੱਕ ਅੱਖਰ ਕਰਕੇ ਬੰਦਾ ਵਿਦਿਆ ਦਾ ਧਨ ਜਮ੍ਹਾਂ ਕਰ ਲੈਂਦਾ, 10-10 ਰੁਪਈਏ ਕਰਕੇ, 100-100 ਰੁਪਈਆ ਕਰਕੇ ਬੰਦਾ ਦੁਨੀਆ ਵਾਲਾ ਧਨ ਜਮ੍ਹਾਂ ਕਰ ਲੈਂਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰੱਬ ਦੇ ਨਾਮ ਦਾ ਧਨ ਵੀ ਥੋੜਾ ਥੋੜਾ ਕਰਕੇ ਜਮ੍ਹਾਂ ਕਰ, ਤੇਰੇ ਕੰਮ ਆਏਗਾ। ਹਰ ਧਨ ਸੰਚੀਐ ਭਾਈ। ਭਾਈ ਜਦੋਂ ਕਿਤੇ ਵਕਤ ਲੱਗਦਾ, ਕਿਤੇ ਬੰਦਾ ਮਨ ਦੀ ਧਾਰ ਲੈ ਜੀ ਮੈਂ ਹੁਣ 5 ਮਿੰਟ ਕਿਸੇ ਨਾਲ ਬੋਲਣ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਕਿਤੇ ਗੁਰੂ ਨਾਨਕ ਸਾਹਿਬ ਕਹਿ ਲਿਆ ਕਰ, ਕਿਤੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਦੇ 10 ਨਾਮ ਹਨ ਭਾਈ, ਕਿਤੇ ਗੁਰੂ ਸਾਹਿਬ ਦਾ ਨਾਮ ਲੈ ਲਿਆ, ਕਿਤੇ ਸਤਨਾਮ ਕਹਿ ਲਿਆ, ਕਿਤੇ ਵਾਹਿਗੁਰੂ ਕਹਿ ਲਿਆ। ਮਹਾਰਾਜ ਕਹਿੰਦੇ ਹਰ ਤਨ ਸੰਚੀਐ ਭਾਈ, ਜੇ ਹਲਤ ਪਲਤਰ ਹੋਏ ਸਖਾਈ। ਤੇਰੀ ਲੋਕ ਵਿੱਚ ਵੀ ਸਹਾਇਤਾ ਕਰੇਗਾ, ਤੇਰੀ ਪਰਲੋਕ ਵਿੱਚ ਵੀ ਸਹਾਇਤਾ ਕਰੇਗਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਿਹਦੇ ਕੋਲ ਨਾਮ ਦਾ ਧਨ ਜਮ੍ਹਾਂ ਕੀਤਾ ਹੋਏ ਕਦੇ ਉਹਦੀ ਤੋਟ ਨਹੀਂ ਆਉਂਦੀ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਜਿਹੜੇ ਪ੍ਰਭੂ ਦੇ ਪਿਆਰੇ ਹਨ ਉਹਨਾਂ ਦੀ ਸੰਗਤ ਜਿਹੜੀ ਹੈ ਐਵੇਂ ਨਹੀਂ ਮਿਲਦੀ, ਬੜੇ ਵੱਡੇ ਭਾਗ ਹੋਣ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਮਿਲਦੀ ਹੈ। 8 ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਸਾਧ ਸੰਗਤ ਜਿਹੜਾ ਹੈ ਪਰਮੇਸ਼ਰ ਦੇ ਨਾਮ ਦਾ ਧਨ ਹੈ, ਇਹ ਕਿੱਥੋਂ ਪ੍ਰਾਪਤ ਹੁੰਦਾ ਹੈ? ਇਹਦੀ ਕਿਹੜੀ ਮੰਡੀ ਹੈ? ਕਿੱਥੋਂ ਕਮਾਇਆ ਜਾ ਸਕਦਾ? ਗੁਰੂ ਰਾਮਦਾਸ ਹਜੂਰ ਕਹਿੰਦੇ ਸਤ ਸੰਗਤੀ ਸੰਗ ਹਰ ਧਨ ਖੱਟੀਐ, ਹੋਰ ਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਏ। ਭਾਈ ਸਤ ਸੰਗਤ ਹੈ, ਕੋਈ ਹੋਰ ਥਾਂ ਨਹੀਂ, ਕੋਈ ਹੋਰ ਉਪਾਅ ਨਹੀਂ, ਕੋਈ ਤਰੀਕਾ ਨਹੀਂ, ਕੋਈ ਹੇਰਾ ਫੇਰੀ ਨਹੀਂ ਇੱਥੇ ਚੱਲਦੀ, ਕੋਈ ਥਾਂ ਨਹੀਂ, ਕੋਈ ਉਪਾਅ ਨਹੀਂ, ਬਸ ਇੱਕ ਸਤ ਸੰਗਤ ਹੈ। ਇਹਦੇ ਚਾਣ ਕੇ ਗੁਰੂ ਸਾਹਿਬ ਅਗੇ ਅਰਦਾਸ ਕਰੋ, ਮਹਾਰਾਜ ਸਾਨੂੰ ਵੀ ਕਿਤੇ ਆਪਣੇ ਨਾਮ ਦੇ ਕੋਈ 4 ਟਕੇ ਬਖਸ਼ ਦਿਓ। ਮਹਾਰਾਜ ਕਹਿੰਦੇ ਗਰੀਬ ਨਵਾਜ ਮਹਾਰਾਜ ਕਹਿੰਦੇ 8 ਪੈਰ ਹਰ ਧਿਆਏ, ਹਰ ਜਸ ਨਿਤ ਸੁਣ। ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਆ, 8 ਪੈਰ ਉਹਨੂੰ ਧਿਆਇਆ ਕਰ। ਗਰੀਬ ਨਵਾਜ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਸੁਣਿਆ ਕਰ। ਰਾਮ ਕਲੀ ਮਹੱਲਾ ਤੀਜਾ ਜਿਹੜਾ ਆਨੰਦ ਹੈ ਉਹਦੀ ਵਿਆਖਿਆ ਲੜੀਵਾਰ ਚੱਲ ਰਹੀ ਹੈ। ਅਸੀਂ ਸ਼ਬਦੀ ਅਰਥ ਅੱਜ 30ਵੀਂ ਪੌੜੀ ਹੈ ਆਨੰਦ ਸਾਹਿਬ ਦੀ, ਉਹਦੇ ਸ਼ਬਦੀ ਅਰਥ ਕਰਕੇ ਅਸੀਂ ਸਮਾਪਤੀ ਕਰਾਂਗੇ। ਸੰਗਤ ਨੂੰ ਬੇਨਤੀ ਹੈ ਭਈ ਤਵੱਜੋ ਦੇਣ ਦੀ ਖੇਚਲ ਕੋ। ਹਾਂਜੀ ਭਾਈ। ਹਰ ਆਪ ਅਮੁੱਲਕ ਹੈ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਮੁੱਲ ਨਹੀਂ ਮਿਲਦਾ, ਰੱਬ ਮੁੱਲ ਨਹੀਂ ਮਿਲਦਾ। ਹਾਂਜੀ। ਮੁੱਲ ਨਾ ਪਾਇਆ ਜਾਏ। ਮਹਾਰਾਜ ਕਹਿੰਦੇ ਨੇ ਭਾਈ ਉਹ ਜਿਹੜਾ ਪਰਮੇਸ਼ਰ ਹੈ ਉਹਨੂੰ ਕੀਮਤ ਦੇ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਮੁੱਲ ਤਾਰ ਕੇ ਉਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕੰਚਨ ਸਿਉ ਪਾਈਐ ਨਹੀਂ ਤੋਲ। ਆਪਣੇ ਬਰਾਬਰ ਦਾ ਸੋਨਾ ਤੋਲ ਕੇ ਦੇ ਦਿਓ, ਰੱਬ ਨਹੀਂ ਮਿਲਦਾ। ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਕਿ ਤੇ ਰੱਬ ਮੁੱਲ ਮਿਲਦਾ ਹੁੰਦਾ ਨਾ ਕਬੀਰ ਕੋ ਕਿੱਥੇ ਖਰੀਦਿਆ ਜਾਣਾ ਸੀ? ਰਬਦਾਸ ਕੋਲ ਖਰੀਦਿਆ ਜਾਣਾ ਸੀ ਕਿਤੇ? ਰੱਬ ਨਹੀਂ ਸੀ ਖਰੀਦਿਆ ਜਾਣਾ, ਰੱਬ ਮੁੱਲ ਨਹੀਂ ਮਿਲਦਾ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਬੰਦਾ ਰੱਬ ਮੁੱਲ ਲੈਣਾ ਚਾਹੁੰਦਾ। ਰੱਬ ਮੁੱਲ ਕੀ ਮਿਲਣਾ? ਅਮੁੱਲ ਧਰਮ, ਅਮੁੱਲ ਦੀ ਬਾਣ, ਅਮੁੱਲ ਤੁੱਲ, ਅਮੁੱਲ ਪ੍ਰਵਾਨ। ਪੁੱਤਰਾ ਉਹਦੀ ਤੱਕੜੀ ਖਰੀਦਣੀ ਦੇ ਦੂਰ ਦੀ ਗੱਲ, ਉਸ ਰੱਬ ਦੀ ਤੱਕੜੀ ਦੇ ਵੱਟੇ ਵੀ ਨਹੀਂ ਖਰੀਦੇ ਜਾ ਸਕਦੇ। ਨਹੀਂ ਰੱਬ ਮੁੱਲ ਵੇਖਦਾ, ਉਹਦਾ ਨਾਮ ਮੁੱਲ ਨਹੀਂ ਵੇਖਦਾ।
ਹਜ਼ੂਰ ਕਹਿੰਦੇ ਨੇ ਨਾ ਹੀ ਉਹਨੂੰ ਮੁੱਲ ਪ੍ਰਾਪਤ ਕੀਤਾ ਜਾ ਸਕਦਾ ਹੈ। ਮੁੱਲ ਨਾ ਪਾਇਆ ਜਾਏ ਕਿਸੇ ਵਿਟੋ, ਕੋਈ ਬੰਦਾ ਅਜੇ ਤੱਕ ਉਹਨੂੰ ਮੁੱਲ ਪ੍ਰਾਪਤ ਨਹੀਂ ਕਰ ਸਕਿਆ। ਰਹੇ ਲੋਕ ਵਿਲ ਲਾਏ, ਬਥੇਰੇ ਇੱਥੇ ਰੱਬ ਨੂੰ ਮੁੱਲ ਲੈਂਦੇ ਲੈਂਦੇ ਵਿਲਕਦੇ ਵਿਲਕਦੇ ਸੰਸਾਰ ਤੋਂ ਚਲੇ ਗਏ। ਰੱਬ ਮੁੱਲ ਨਹੀਂ ਵਿਕਦਾ, ਉਹਦਾ ਨਾਮ ਮੁੱਲ ਨਹੀਂ ਵਿਕਦਾ। ਹਾਂਜੀ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਹਾਂ ਕਿਤੇ ਇਹੋ ਜਿਹਾ ਗੁਰੂ ਮਿਲ ਜਾਏ ਉਹਨੂੰ ਬੰਦਾ ਸਿਰ ਸੌਂਪ ਦੇ। ਹਾਂਜੀ, ਵਿੱਚੋ ਹੋ ਆਪ ਜਾਏ, ਉਸ ਵੇਲੇ ਫਿਰ ਜਦੋਂ ਬੰਦਾ ਆਪਣਾ ਸਿਰ ਸਮਰਪਿਤ ਕਰ ਦਿੰਦਾ ਹੈ, ਗੁਰੂ ਨੂੰ ਆਪਣਾ ਆਪ ਸੌਂਪ ਦਿੰਦਾ ਹੈ, ਉਹਦੇ ਅੰਦਰ ਹਉਮੈ ਪਾਪ ਕੇ ਆਪਾ ਪਾਪ ਗਵਾ ਜਾਂਦਾ ਹੈ। ਜਿਸ ਦਾ ਜੀਉ ਤਿਸ ਮਿਲ ਰਹਾ। ਇਹ ਜਿਹੜਾ ਜੀਵ ਹੈ ਜਿਸ ਪਰਮੇਸ਼ਰ ਨੇ ਪੈਦਾ ਕੀਤਾ, ਜਿਸ ਪਰਮੇਸ਼ਰ ਨੇ ਪੈਦਾ ਕੀਤਾ ਹੈ, ਉਹਦੇ ਨਾਲ ਜੁੜਿਆ ਰਹੇ। ਹਰ ਵਸੈ ਮਨ ਆਏ, ਜਿਸ ਰੱਬ ਦਾ ਜੀ ਪੈਦਾ ਕੀਤਾ ਉਹਦੇ ਨਾਲ ਜੁੜਿਆ ਰਹੇ, ਇਹਦੇ ਅੰਦਰ ਰੱਬ ਵਸ ਜਾਂਦਾ। ਇਹ ਜੀਵ ਆ ਰੱਬ ਦਾ ਜੁੜਿਆ ਹੋਇਆ ਕਬਰਾਂ ਦੇ ਨਾਲ, ਜੀ ਆ ਰੱਬ ਦਾ ਪੂਜਾ ਕਿਸੇ ਹੋਰ ਦੀ ਕਰਦਾ, ਉਹ ਕਿੱਥੋਂ ਸਾਡੇ ਅੰਦਰ ਆਣ ਕੇ ਵਸ ਜਾਏ। ਹਾਂਜੀ, ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ। ਗਰੀਬ ਨਵਾਜ਼ ਮਹਾਰਾਜ ਕਹਿੰਦੇ ਨੇ ਰੱਬ ਅਮੋਲਕ ਹੈ, ਮੁੱਲ ਨਹੀਂ ਖਰੀਦਿਆ ਜਾ ਸਕਦਾ। ਗਰੀਬ ਨਵਾਜ਼ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਭਾਗ ਚੰਗੇ ਹਨ ਜਿਨ੍ਹਾਂ ਨੂੰ ਰੱਬ ਗੁਰੂ ਮਿਲਾ ਦੇ, ਫਿਰ ਗੁਰੂ ਉਸ ਰੱਬ ਨੂੰ ਮਿਲਾ ਦਿੰਦੇ। ਭੁੱਲ ਚੁੱਕ ਦੀ ਖਿਮਾ ਗੁਰੂ ਕੀ ਸੰਗਤ ਬਖਸ਼ਣਹਾਰ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਗੁਰੂ ਗ੍ਰੰਥ ਸਾਹਿਬ ਕੋਟਾਨ ਕੋਟ ਸ਼ੁਕਰ ਗੁਰੂ ਕੀ ਸੰਗਤ ਸਿੰਘ ਸਾਹਿਬ ਜੀ ਦਾ ਧੰਨਵਾਦ। ਸਾਰੇ ਫਤਿਹ ਬੁਲਾਈਏ ਆਖਰੀ ਪੰਕਤੀ ਸਰਵਣ ਕਰਕੇ। ਹਾਂਜੀ, ਜਿਸ ਦਾ ਜੀਉ ਤਿਸ ਮਿਲ ਰਹਾ, ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।